लो जी, जिस तरह मैं अनाउंस किया प्रोग्राम के गलबात करावांगे श्री अकाल तख्त साहब के साबका जथेदार ज्ञानी भाई रणजीत सिंह होरां दे नाल। और सिख कौम च कोई इन्हां दे बारे दस्सण दी लोड़ नहीं, कोई इन्हां दी कोई बहुती जान पछाण कराउण दी लोड़ नहीं। तो सब तो वधिया गल जिहड़ी मैनूं इन्हां दी लगदी है कि बेवाक बोलदे ने और बिना किसी झिझक तो जो मन च आया खुल के गल कहिंदे ने। और बड़ी वड्डी इन्हां दी इक ऑडियंस है संसार भर दे विच जिहड़े इन्हां दे कह लो कदरदान ने, इन्हां दे उपासक भी ने कि जिहड़े इन्हां दी गल नूं बड़े ध्यान नाल सुनदे ने। तो उन्हां नाल बड़े लंबे अरसे तो बाद मैनूं चेता है असीं बड़े साल पहलां काफ़ी इन्हां नाल गलबात रैगूलरली करते रहे हैं, लेकिन एक लंबे अरसे तो बाद गैप पिया है। तो अज कुछ विषय एक दो ऐसे ने जिहड़े जिन्हां दे इन्हां नाल मैं गलबात करन लगा। भाई साहब स्वागत करते हैं जी। वाहिगुरू जी का खालसा वाहिगुरू जी की फतेह जी। खालसा वाहिगुरू जी फतेह जी। अच्छा, मैं तुहानूं एक फोटो भेजी है, ਉਹ ਸਾਡੇ ਕੋਈ ਮਿੱਤਰ ਨੇ, ਉਹਨਾਂ ਨੇ ਇੱਕ ਲੇਖ ਲਿਖਿਆ ਹੈ ਤੇ ਉਹਦੇ ਚ ਉਹਨਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਇੱਕ ਫੋਟੋ ਉਹ ਚ ਪਾਈ ਹੈ। ਉਹ ਹਸਪਤਾਲ ਚ ਬੈਠੇ ਨੇ ਤੇ ਨਾਲ ਉਹਨਾਂ ਦੇ ਦੋ ਨਰਸਾਂ ਨੇ ਖੜੀਆਂ, ਹਸਪਤਾਲ ਦਾ ਸਟਾਫ ਹੈ ਸ਼ਾਇਦ, ਤੇ ਬੜੇ ਹੀ ਬਜ਼ੁਰਗ ਨੇ ਤੇ ਬਹੁਤ ਹੀ ਉਹਨਾਂ ਦੀ ਇਸ ਲਈ ਹਾਲਤ ਜਿਹੜੀ ਆ ਉਹ ਦੇਖਣ ਉਹ ਲਿਖਿਆ ਤਰਸਯੋਗ ਹਾਲਤ ਲਿਖਿਆ ਉਹਨੇ ਥੱਲੇ। ਉਹਨੇ ਫਿਰ ਸਾਰਾ ਉਹਨਾਂ ਦਾ 1978 ਤੋਂ ਲੈ ਕੇ ਜੋ ਉਸ ਵੇਲੇ ਹੋਇਆ ਕਾਂਡ, ਉਸ ਤੋਂ ਲੈ ਕੇ ਹੁਣ ਤੱਕ ਦੇ ਜੋ ਉਹਨਾਂ ਨੇ ਕਾਰਨਾਮੇ ਕੀਤੇ, ਤੇ ਉਹਨੇ ਕਿਹਾ ਜੀ ਇਹ ਵੀ ਸਮਾਂ ਬੰਦੇ ਤੇ ਆ ਹੀ ਜਾਂਦਾ ਕਿਤੇ ਨਾ ਕਿਤੇ। ਤੋਂ ਦੇਖ ਕੇ ਮਨ ਨੂੰ ਵੀ ਲੱਗਾ ਕਿ ਉਹੀ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਦੇ ਬਾਰੇ ਲੱਗਦਾ ਸੀ ਵੀ ਪੰਜਾਬ 'ਚ ਉਹਨਾਂ ਦੇ ਇਸ਼ਾਰਿਆਂ ਦੇ ਪੱਤਾ ਨਹੀਂ ਝੁਲਦਾ, ਉਹਨਾਂ ਦੇ ਇਸ਼ਾਰਿਆਂ ਤੋਂ ਬਿਨਾਂ ਅੱਜ ਕਿਸ ਤਰਸਯੋਗ ਹਾਲਤ ਦੇ ਵਿੱਚ ਨੇ। ਤੇ ਉਹਨਾਂ ਨੇ ਲਿਖਿਆ ਥੱਲੇ ਭਾਈ ਸਾਹਿਬ ਨੇ ਕਿ ਸਭ ਲੈਣੇ ਦੇਣੇ ਇੱਥੇ ਦੇਣੇ ਪੈਂਦੇ ਹੈ। तो मैं महसूस कर रहा सी, मैं कहा भी इसलिए जिहड़ी उन्हां दी हालत है, पार्टी खत्म हो गई, सब कुछ हथों निकल गया, हुण पैसा जिहड़ा इन्ना कमाया, बड़ियां बड़ियां जायदादां किस काम रह गईयां जी। मैं अरदास करदा जी सच्चे पातशाह अगे कि प्रकाश सिंह बादल नूं लंबी उम्र देवे ते ओह खास करके 78 तो लैके हुण तक दे अपने कारनामिਆਂ ते नज़रसानी करन। परमात्मा उन्हां नूं इन्ने क समां देवे सोचण लई, विचारन लई, नज़रसानी करन लई, ਤੇ ਉਹਨਾਂ ਨੂੰ ਲੰਮੀ ਉਮਰ ਦੇਵੇ। ਉਹ ਸਾਰਾ ਕੁਝ ਦੇਖ ਕੇ ਜਾਣ, ਆਪਣੀ ਜਿਹੜਾ ਜੋ ਬੀਜਿਆ ਉਹ ਵੱਢ ਕੇ ਜਾਣ ਆਪਣੀ ਹੱਥੀਂ। ਤੁਸੀਂ ਇੱਕ ਵੀਡੀਓ ਪਾਈ ਸੀ ਜਿਹਦੇ 'ਚ ਤੁਸੀਂ ਕੰਪੈਰੀਜ਼ਨ ਕੀਤਾ ਸੀ ਕਿ ਕਿਸ ਤਰੀਕੇ ਨਾਲ ਅਕਾਲੀ ਦਲ ਖਤਮ ਹੁੰਦਾ ਜਾ ਰਿਹਾ ਹੈ। ਇੱਕ ਤੁਸੀਂ ਇਲੈਕਸ਼ਨ ਤੋਂ ਪਹਿਲਾਂ ਦੀ ਸੀ, ਇੱਕ ਤੁਹਾਡੀ ਇਲੈਕਸ਼ਨ ਤੋਂ ਬਾਅਦ ਵੀ ਤੁਸੀਂ ਪਾਈ। ਤੁਸੀਂ ਕਿਹਾ ਵੀ ਜੋ ਮੈਂ ਭਵਿੱਖਬਾਣੀ ਕੀਤੀ ਸੀ ਉਹ ਸੱਚ ਹੋ ਰਹੀ ਹੈ ਤੇ 3 ਸੀਟਾਂ ਦੇ ਸਿਮਟ ਕੇ ਰਹਿ ਗਈ ਹੈ ਸ਼੍ਰੋਮਣੀ ਅਕਾਲੀ ਦਲ। ਤੇ ਮੈਨੂੰ ਨਹੀਂ ਲੱਗਦਾ ਕਿ ਇੱਥੇ ਵੀ ਰਹਿਣਗੇ, ਮੈਨੂੰ ਲੱਗਦਾ ਕਿ ਜੋ ਹਾਲਾਤ ਚੱਲ ਰਹੇ ਹੈ ਹੌਲੀ ਹੌਲੀ ਇੱਥੋਂ ਵੀ ਜਾਣਗੇ। ਸੋ ਐਡੀ ਵੱਡੀ ਪਾਰਟੀ, ਸਿੱਖਾਂ ਦੀ ਸਿਰਮੌਰ ਪਾਰਟੀ ਸ਼੍ਰੋਮਣੀ ਅਕਾਲੀ ਦਲ, ਅੱਜ ਹਾਲਤ ਇਹ ਹੋ ਗਈ ਜੀ। ਇਹ ਆਪਣਾ ਸਾਡੇ ਬਜ਼ੁਰਗਾਂ ਦੀ ਬੜੀ ਵੱਡੀ ਦੇਣ ਸੀ ਜੀ, ਸ਼੍ਰੋਮਣੀ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ। ਪਰ ਇਸ ਬੰਦੇ ਨੇ ਜੋ ਹਾਲਤ ਕਰ ਦਿੱਤੀ ਹੈ। ਮੈਂ ਭਵਿੱਖਬਾਣੀ ਪਹਿਲਾਂ 99 ਚ ਕੀਤੀ ਸੀ ਵੀ ਪ੍ਰਕਾਸ਼ ਸਿੰਘ ਬਾਦਲ ਸਿੱਖੀ ਦੇ ਰੁੱਖ ਤੇ ਅੰਮ੍ਰਿਤ ਵੇਲਿਆ, ਇਹਨੂੰ ਲਾ ਕੇ ਸੁੱਟ ਦਿਓ, नहीं तो सिक्खी के रुख नूं चूस जाऊगा, क्योंकि अमरवेल कभी भी धरती चों खुराक नहीं लैंदी। ये फिर जदों कैप्टन सरकार आई तो उहदे विच डिस्कस हुई तो उहदे विच एक मिनिस्टर ने जिक्र किया उस मेरे बयान का, मेरी अपील का जिहड़ी मैं 99 च कीती सी। तो उस तो बाद मैनूं प्रैस ने पूछा भी हुण अगली भविष्यवाणी की है, तो मैं उदों उन्हां नूं कहा सीगा कि प्रकाश सिंह बादल ते उहदा पुत्तर ते उहदा जवाई भाई इत्ते रहम करन अकाली दल चों इचों निकल जाण, वरना ये ਜਾਂ ਫਿਰ ਅਕਾਲੀ ਦਲ ਦੇ ਵਰਕਰ ਇਹਨੂੰ ਬਾਹਰ ਕੱਢ ਦੇਣ ਜੀ। ਜੇ ਨਹੀਂ ਕਰਨਗੇ ਤੇ ਇਹ ਅਕਾਲੀ ਦਲ ਅਕਾਲੀ ਪੱਤਰਕਾਰ ਅਖਬਾਰ ਦੇ ਰੇਟ ਨਾਲ ਵਿਕੂਗਾ ਜੀ। ਅੱਜ ਉਹ ਅਖਬਾਰ ਦਾ ਰੇਟ ਵੀ ਸ਼ਾਇਦ ਹੋ ਸਕਦਾ ਜ਼ਿਆਦਾ ਹੋਵੇ, ਉਹ ਵੀ ਰੇਟ ਨਹੀਂ ਰਿਹਾ ਇਹਦਾ। ਤੇ ਇਹ ਤੇ ਅਸੀਂ ਤੇ ਦੁੱਖ ਹੀ ਪ੍ਰਗਟ ਕਰ ਸਕਦੇ ਹਾਂ। ਪਰ ਇਸ ਪਰਿਵਾਰ ਦਾ ਅਸੀਂ ਕੀ ਕਰੀਏ ਜਿਹੜਾ ਅਜੇ ਵੀ ਚੰਬੜਿਆ ਹੋਇਆ ਹੈ ਪੰਥਕ ਪਲੇਟਫਾਰਮਾਂ ਦੇ ਨਾਲ, ਔਰ ਨਾ ਕੁਝ ਕਰ ਸਕਦਾ ਨਾ ਕਰਨ ਦਿੰਦਾ। ਅੱਛਾ, ਇੱਕ ਸਾਨੂੰ ਹੋਰ ਭਾਈ ਸਾਹਿਬ ਬੜੀ ਹੈਰਾਨਗੀ ਦੀ ਗੱਲ ਲੱਗੀ ਕਿ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਇੱਕ ਕਮੇਟੀ ਬਣਾਈ ਗਈ, ਉਹ 'ਚ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਇਹ ਕੱਟੜ ਵਿਰੋਧੀ ਰਹੇ ਆਪਣੇ ਇੱਕ ਦੂਜੇ ਦੇ, ਤੇ ਉਹਦੇ 'ਚ ਸੁਖਬੀਰ ਸਿੰਘ ਬਾਦਲ ਨੂੰ ਵੀ ਸ਼ਾਮਲ ਕਰ ਲਿਆ ਗਿਆ। ਮਤਲਬ ਇਸ ਤੋਂ ਵੱਧ ਹੈਰਾਨਗੀ ਦੀ ਗੱਲ ਕੀ ਹੋ ਸਕਦੀ ਹੈ ਵੀ ਉਹ ਬੰਦੇ ਜਿਹੜੇ ਸਭ ਤੋਂ ਵੱਧ ਨੁਕਸਾਨ ਕਰਦੇ ਰਹੇ, ਐਸੀ ਕੀ ਨੌਬਤ ਆ ਗਈ ਤੇ ਇੱਕ ਉਹਨਾਂ ਨੂੰ ਹੁਣ ਕੀ ਹੈ ਜਗ ਪਿਆ ਬੰਦੀ ਸਿੰਘਾਂ ਦਾ ਇਸ ਵੇਲੇ ਆ ਕੇ ਹੁਣ ਜੀ। मैं भाई साहब तुहानूं बेनती करा कि एक बारी गुरबख्श सिंह ने भुख हड़ताल रखी सी बंदी ਸਿੰਘਾਂ ਲਈ, मैं ਉਹਦਾ ਨਾਂ ਤੇ ਉਹਦੀ ਮੁਖਾਲਫਤ ਕੀਤੀ ਸੀ ਤੇ ਨਾਮ ਮੈਂ ਉਹਦੀ ਸਪੋਰਟ ਤੇ ਗਿਆ ਸੀ। ਅੱਛਾ ਜੀ। ਕਿਉਂਕਿ ਮੈਂ ਜਾਣਦਾ ਸੀ ਵੀ ਉਹ ਫਰਾਡ ਹੋ ਰਿਹਾ ਇੱਕ ਕੌਮ ਨਾਲ। ਤੇ
ਉਸ ਸਮੇਂ ਵੀ ਇਹਦਾ ਰੋਲ ਜਿਹੜਾ ਪ੍ਰਕਾਸ਼ ਸਿੰਘ ਬਾਦਲ ਦਾ ਸੀ। ਇਸਨੇ ਕੀ ਕੀਤਾ ਸੀ ਕਿ ਜੀਕੇ ਮਨਜੀਤ ਸਿੰਘ ਜੀਕੇ ਪ੍ਰਬੰਧਕ ਕਮੇਟੀ ਦਿੱਲੀ ਦਾ ਪ੍ਰਧਾਨ ਸੀ ਤੇ ਉਹਨੂੰ ਕਹਿ ਕੇ ਇਹਨੇ ਇੱਕ ਇਨੋਵਾ ਕਾਰ ਗੁਰਬਖਸ਼ ਸਿੰਘ ਨੂੰ ਭੇਟ ਕਰਵਾਈ, ਪ੍ਰਬੰਧਕ ਕਮੇਟੀ ਦਿੱਲੀ ਦੀ ਪੈਸਿਆਂ ਦੀ ਗੋਲਕ ਤੋਂ ਜੀ। ਇੱਕ ਉਹਦੇ ਪੁੱਤਰ ਨੂੰ ਦਿੱਤੀ ਨੌਕਰੀ ਤੇ ਉਹਨੂੰ ਉੱਥੋਂ ਉਠਵਾ ਲਿਆ, ਉਹ ਛੱਡ ਕੇ ਵਿੱਚ ਚਲੇ ਗਿਆ। ਅੱਛਾ ਜੀ। ਲੇਕਿਨ ਅੱਜ ਇਹੀ ਜੀਕੇ ਤੇ ਉਹੀ ਬਾਦਲ ਫਿਰ ਬੰਦੀ ਸਿੰਘਾਂ ਨੂੰ ਛਡਾਉਣ ਲਈ ਇੱਕ ਕਮੇਟੀ ਬਣਾ ਰਹੇ ਨੇ। तो ਮੈਨੂੰ ਲੱਗਦਾ ਕਿ ਅੱਜ ਵੀ ਫਰਾਡ ਹੈ, ਲੇਕਿਨ ਮੈਂ ਇਹਨਾਂ ਦਾ ਵਿਰੋਧ ਨਹੀਂ ਕਰ ਰਿਹਾ ਤੇ ਆਪ ਮੈਂ ਇਹਨਾਂ 'ਚ ਸ਼ਾਮਲ ਨਹੀਂ ਹੋ ਰਿਹਾ। ਠੀਕ ਹੈ ਜੀ। तो ਇਹ ਦੋ ਤਿੰਨ ਵਜ੍ਹਾ ਸੀਗੀਆਂ, ਸਮੀਕਰਨ ਸੀਗੇ, ਕਿਉਂਕਿ ਮੈਨੂੰ 44 ਸਾਲ ਹੋ ਗਏ ਫੀਲਡ 'ਚ, ਮੈਂ ਚੰਗੀ ਤਰ੍ਹਾਂ ਦੇਖ ਚੁੱਕਾ ਕਿਹੜਾ ਬੰਦਾ ਕਿੱਥੇ ਖੜਾ, ਤੇ ਮੈਂ ਸੋਚ ਸਮਝ ਕੇ ਇਹ ਕਦਮ ਪੁੱਟਦਾ ਕਿ ਮੈਂ ਨਹੀਂ ਜਾਣਾ, ਤੁਸੀਂ ਕੁਝ ਕਰ ਸਕਦੇ ਤਾਂ ਕਰੋ, ਪ੍ਰਮਾਤਮਾ ਤੁਹਾਡਾ ਭਲਾ ਕਰੇ ਜੀ। ਇੱਕ ਤੁਹਾਡੇ ਕੋਲ ਹੋਰ ਅਸੀਂ ਜਾਣਨਾ ਚਾਹੁੰਦੇ ਆ, ਜਥੇਦਾਰ ਹਰਪ੍ਰੀਤ ਸਿੰਘ ਹੋਰਾਂ ਨੇ ਅਕਾਲ ਤਖਤ ਸਾਹਿਬ ਸਰਵੋੱਚ ਸਾਡੀ ਸੰਸਥਾ ਹੈ, ਉਹਨਾਂ ਨੇ ਇੱਕ ਬਿਆਨ ਦਿੱਤਾ ਹੈ ਕਿ ਲਾਇਸੈਂਸਡ ਜਿਹੜੇ ਹਥਿਆਰ ਆ ਉਹ ਸਿੱਖ ਰੱਖਣ। ਕੱਲ ਇੱਥੇ ਤੁਹਾਨੂੰ ਪਤਾ ਬੜੀ ਵੱਡੀ ਖਬਰ ਹੈ, ਅਮਰੀਕਾ ਦੇ ਵਿੱਚ ਇੱਕ ਸਕੂਲ ਦੇ ਵਿੱਚ ਇੱਕ ਸਿਰਫਿਰੇ ਨੌਜਵਾਨ ਨੇ 18 ਬੱਚਿਆਂ ਦੀ ਜਾਨ ਲੈ ਲਈ ਹੈ। ਇੱਥੇ ਬੜੀ ਵੱਡੀ ਟ੍ਰੈਜੇਡੀ ਹੋਈ ਹੈ। तो इत्थे आए दिन असीं विरोध कर रहे हैं, साडे इस इलैक्शन हो रहा, उहदे च भी बड़ा वड्डा मुद्दा बनिया होया है कि हथियारां ते रोक लाओ, ये बहुत वड्डा नुकसान कर रहे हैं। तो एक पासे ते सारी दुनिया दे विच इस वेले एक कैंपेन चल रही है कि हथियारां दे उत्ते पाबंदियां लाओ, सख्ती करो, ते साडे जथेदार साहब दा कहना कि नहीं घर घर हथियार रखो। एक पासे असीं अपने नौजवानों नूं वर्ज रहे हैं कि तुसीं अपने गीतां दे विच हथियारां नूं ग्लोरीफाई कर रहे हो, बैन लगाओ इहो जिहे गीतां उत्ते, ते जथेदार साहब दा ये कहना कि घर घर हथियार रखो, भी मॉडर्न वैपन, उन्होंने एक वर्ड यूज किया मॉडर्न वैपन रखो अपने हर घर दे विच। तो सानू समझ नहीं आई उन्होंने दा की संदेश दा मतलब की है। देखो जी जिहड़ा हरप्रीत सिंह है ये मैनू असीं जथेदार अकाल तख्त ना कदी मन्निया ना मन्नांगे, ये पौने कद दा बंदा ते जिहड़ा बादल दा कर्मचारी है, एक इस तो वध इहदी कोई हैसियत नहीं। इन्हें समय समय बड़े पुठे बयान दिते ने। एक बारी तो इन्हें बड़ा ठोक के बयान दिता, ऐलान किया सिखां नूं कि जदों कुछ सिर फिरे कमेटी वाल नूं मूँह करना तो उदों घरां तो डांगा लैके आ जाओ जे, जिस तरह नरैणू महंत बुलाउंदा सी जी। ते कदी इन्हें कुछ इस तरह ये अज जिहड़ा इन्हें बयान दिता कि तुसीं लाइसेंस लैके ते हथियार रखो घरां च, ये दिता उस दिन जिस दिन गुरु हरगोबिंद पातशाह ने तख्त की सिरजना करके ते मीरी पीरी दियां दो तलवारां पाईयां सी। हुण मीरी पीरी दियां तलवारां पाउण दा कारण सी कि एक जहांगीर वल्लों ऐलान कि मेरे तो बिना कोई पग नहीं पा सकदा, सिर ते बन सकदा, कलगी नहीं ला सकदा, ते तलवार नहीं पहन सकदा, घोड़ा नहीं रख सकदा। उस समय उस ऐलान का उस हुक्म का नो चैलेंज किया सी गुरु हरगोबिंद पातशाह ने तख्त ते बैठ के, ते नाल उदों दे नत्था ते अब्दुल्ला दो ढाडी भरावां ने, सुर सिंह दे दो ढाडी भरा सीगे, वो सब तो पहले सिख कौम दे ढाडी वो ने जिन्हां ने अकाल पुरख सच्चे वाहिगुरू दे तख्त तो उस्तत की गुरु हरगोबिंद पातशाह दी। उन्हां दी उस टाइम दी वार आ, दो तलवारी बद्दियां, एक मीरी दी, एक पीरी दी, एक अजमत दी, एक राज दी, एक राखी करे वजीरी दी, हिम्मत बाहा कोटगढ़ दरवाजा बलख बखीरी दा। गुरु हरगोबिंद पातशाह वाल इशारा करके ढाडी ने कहा पग तेरी की जहांगीरी दी, पग ते सच्चे पातशाह तेरी है, जहांगीर दी कादी पग आ। ते दो तलवारां एक दी थां ते बन्नियां, ते सिखां नूं कहा कि 5-5 शस्त्र पा के आओ, धारनी बनो। फिर साडे गुरु साहब ने कहा कि यह मोर आ गया सुनो ले प्यारे, बिना शस्त्र के सिंह देहू ना ददारे। वो एक चैलेंज सी गौरमेंट नूं। उदों बाद सानू गुरु ग्रंथ साहब च एक शब्द मिलता, तिलकहीणं यथा पिपरा, अमरहीणं यथा राजना, आवतहीणं यथा सूरा, नानक धर्महीणं तथा वैसना जी। जिस तरह धर्म तो विहूणा कोई परमात्मा दा भगत, हुक्म दी समर्था तो बिना कोई राजा, ते जिस तरह कोई पंडित तिलक तो बिना शोभा नहीं देंदे, इस तरह कोई सूरमा शस्त्र तो बिना शोभा नहीं दिंदा। लेकिन वो शस्त्र जिहड़े ने गुरु हरगोबिंद पातशाह ने यह नहीं ऐलान किया कि मुगलों को पहला ਉਹਦਾ ਲਾਇਸੈਂਸ ਲਓ ਤੇ ਫਿਰ ਸ਼ਸਤਰ ਲਿਆ ਕੇ ਘਰਾਂ 'ਚ ਰੱਖੋ। ਅੱਜ ਭਾਈ ਸਾਹਿਬ 8 ਲੱਖ ਰੁਪਏ ਦਾ ਪਿਸਤਲ ਮਿਲਦਾ, ਰੋਟੀ ਤੇ ਖਾਣ ਨੂੰ ਨਹੀਂ ਮਿਲਦੀ ਸਾਨੂੰ। ਜਿਹੜੇ ਗੁਰੂ ਸਾਹਿਬ ਦੇ ਹੁਕਮ ਨੇ ਸ਼ਸਤਰ ਤੇ ਸ਼ਾਸਤਰ ਦਾ ਅਭਿਆਸ ਉਹ ਨਾ ਇਸ ਜਥੇਦਾਰ ਨੇ ਕੀਤਾ, ਨਾ ਸੰਗਤ ਨੂੰ ਕਰਾਉਂਦਾ, ਨਾ ਉਪਦੇਸ਼ ਦਿੰਦਾ।
ਸਾਡੇ ਸਿੱਖਾਂ ਦੇ ਕੋਲ ਨਾ ਤੇ ਹਿਰਦੇ ਵਿੱਚ ਸ਼ਸਤਰ ਆ ਤੇ ਨਾ ਸਰੀਰ ਤੇ ਸ਼ਾਸਤਰ ਨੇ। ਅਸੀਂ ਸ਼ਸਤਰ ਤੇ ਸ਼ਾਸਤਰ ਦੇ ਸਿਧਾਂਤ ਤੋਂ ਵੀ ਹੁਣੇ ਤੁਰਦੇ ਬੈਠੇ ਆ ਤੇ ਇਹ ਹਥਿਆਰ ਲਾਇਸੈਂਸ ਲੈ ਕੇ ਤੇ ਬੰਦਾ ਉਤਰਾ ਹੀ ਅੱਧੀ ਕੈਦ ਵਿੱਚ ਪੈ ਜਾਂਦਾ। ਇਸ ਜਥੇਦਾਰ ਨੂੰ ਪਤਾ ਹੀ ਨਹੀਂ ਲਾਇਸੈਂਸ ਜਿਹੜਾ ਉਹਦੀ ਵੈਲਿਊ ਕੀ ਆ, ਤੇ ਉਹ ਜਦੋਂ ਲਾਇਸੈਂਸ ਕੋਲ ਹੋਵੇ ਤੇ ਉਦੋਂ ਤਕਰੀਬਨ ਸਰਕਾਰ ਦੀ ਜੇਬ ਦੇ ਵਿੱਚ ਬੰਦਾ ਹੁੰਦਾ ਜਾਂ ਉਹਦੀ ਜੇਲ੍ਹ 'ਚ ਹੁੰਦਾ। ਇਹਨੇ ਬੜਾ ਬੇਹੂਦਾ ਕਿਸਮ ਦਾ ਬਿਆਨ ਦਿੱਤਾ। ਸਾਨੂੰ ਗੁਰੂ ਸਾਹਿਬ ਨੇ ਸਾਡੇ ਰਵਾਇਤੀ ਸ਼ਸਤਰ ਦਿੱਤੇ ਨੇ, ਉਹ ਕਿਤੇ ਵੀ ਸਜਾ ਕੇ ਤੁਸੀਂ ਅਮਰੀਕਾ 'ਚ ਤੁਰੇ ਫਿਰਦੇ ਹੋ, ਕੈਨੇਡਾ 'ਚ ਤੁਰੇ ਫਿਰਦੇ ਹੋ। ਜਦੋਂ ਸਾਡੇ ਤੇ ਕੋਈ ਸਮੇਂ ਆਏ ਨੇ, ਮੁਸੀਬਤਾਂ ਆਈਆਂ ਨੇ, ਤੇ ਉਦੋਂ ਅਸੀਂ ਲੱਕੜ ਦੀਆਂ ਤੋਪਾਂ ਬਣਾ ਕੇ ਵੀ ਲੜੇ ਆ, ਪਰ ਲਾਇਸੈਂਸ ਨਹੀਂ ਮੰਗੇ ਕਿਸੇ ਸਰਕਾਰ ਕੋਲ। ਠੀਕ ਹੈ ਜੀ। ਅੱਛਾ, ਮੈਂ ਇੱਕ ਤੁਹਾਨੂੰ ਜਾਂਦੇ ਗੱਲ ਜੀ ਤੁਹਾਡੇ ਨਾਲ ਮੈਂ ਗੱਲ ਰਵਾਇਤੀ ਸ਼ਾਸਤਰਾਂ ਤੇ ਗੱਲ ਨਿਬੜਨੀ ਚਾਹੀਦੀ ਆ, ਨਾ ਕਿ ਇਹ ਤੁਸੀਂ ਉਪਦੇਸ਼ ਦਿਓ ਬੱਚਿਆਂ ਨੂੰ ਕਿ ਤੁਸੀਂ, ਕਿਉਂਕਿ ਅੱਜ ਛੋਟੀ ਉਮਰ ਦੇ ਬੱਚੇ ਤੇ ਹਮੇਸ਼ਾ ਪਿਸਟਲ ਨਾਲ ਜਾਂ ਰਾਈਫਲ ਦੇ ਨਾਲ ਗੱਲ ਕਰਦੇ ਆ ਜਾਂ ਕਰਨੀ ਚਾਹੁੰਦੇ। ਉਹਨਾਂ ਦੀ ਉਮਰ ਤੇ ਉਹਦੀ ਉਮਰ ਦਾ ਲਿਹਾਜ਼ ਇਹੋ ਜਿਹਾ। ਪਰ ਸਾਨੂੰ ਸਮਝ ਤੋਂ ਕੰਮ ਲੈਣਾ ਚਾਹੀਦਾ ਵੀ ਸਾਡੀ ਬਰਬਾਦੀ ਕਿੰਨੀ ਹੋਈ ਹੈ। ਜੇਲ੍ਹਾਂ 'ਚ ਅਜੇ ਤੱਕ ਛੁੱਟ ਨਹੀਂ ਰਹੇ, ਉਹਦੇ ਲਈ ਤੁਸੀਂ ਪਖੰਡ ਕਰ ਰਹੇ ਹੋ ਕਮੇਟੀਆਂ ਬਣਾਉਣ ਦੇ, ਤੇ ਘੱਟੋ ਘੱਟ ਕੋਈ ਸਿੱਧੇ ਪਾਸੇ ਵੀ ਸੋਚ ਲੈਣਾ ਚਾਹੀਦਾ ਜੀ। ਅੱਛਾ, ਮੈਂ ਜਾਣ ਤੋਂ ਪਹਿਲਾਂ ਤੁਹਾਡੇ ਇੱਕ ਛੋਟੀ ਜਿਹੀ ਗੱਲ ਸਾਂਝੀ ਕਰਨਾ ਚਾਹੁੰਦਾ। ਮੈਂ ਤੁਹਾਡੇ ਨਾਲ ਗੱਲ ਕਰਦਿਆਂ ਮੈਨੂੰ ਚੇਤਾ ਆਇਆ ਕਿ ਗਿਆਨੀ ਆਪਣੇ ਉਸ ਵੇਲੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁੰਦੇ ਸੀ ਗਿਆਨੀ ਗੁਰਬਚਨ ਸਿੰਘ ਹੋਰੀ, ਇੱਥੇ ਆਏ ਸਾਡੇ ਕੋਲ ਟੋਰਾਂਟੋ। ਜਦੋਂ ਜਾ ਰਹੇ ਸੀ ਵਾਪਸ, ਨਾਲ ਉਹਨਾਂ ਦਾ ਬੇਟਾ ਸੀ, ਤੇ 에ਅਰਪੋਰਟ ਦੇ ਉੱਤੇ 2 ਜਣੇ ਸੀ, 1-2 ਲੋਕ ਹੋਰ ਹੋਣਗੇ। ਮੈਨੂੰ ਉੱਥੇ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ 에ਅਰਪੋਰਟ ਦੇ ਉੱਤੇ। ਉਹਨਾਂ ਨੇ ਮਿੰਟ ਇੱਕ ਲਾਇਆ, ਆਪਣੀ ਸ੍ਰੀ ਸਾਹਿਬ ਨੂੰ ਇਕੱਠਿਆਂ ਕੀਤਾ ਤੇ ਉਹਦੇ ਵਿੱਚ ਪਾ ਲਿਆ ਆਪਣੇ ਟੈਚੀ ਕੇਸ ਦੇ ਵਿੱਚ। ਉਸ ਤੋਂ ਦੌਰਾਨ ਇੱਥੇ ਆਇਆ ਸੀ ਦਲਾਈ ਲਾਮਾ, ਜਿਹੜਾ ਤਿੱਬਤੀਆਂ ਦਾ ਗੁਰੂ ਹੈ। ਤੇ ਮੈਂ ਪਰਸੋਂ ਵੀ ਰੇਡੀਓ ਤੇ ਗੱਲ ਸਾਂਝੀ ਕਰ ਰਿਹਾ ਸੀ। ਮੈਂ ਕਿਹਾ ਜਦੋਂ ਉਹ ਆਇਆ, ਸਾਡਾ ਪ੍ਰਧਾਨ ਮੰਤਰੀ ਪੱਬਾਂ ਭਾਰ ਸੀ ਉਹਨੂੰ ਮਿਲਣ ਲਈ, ਉਹਦਾ ਸਤਿਕਾਰ ਕਰਨ ਲਈ। ਤਾਂ ਮਤਲਬ ਜਿਹੜੇ ਬਾਕੀ ਕੌਮਾਂ ਦੇ ਜਦੋਂ ਇਹ ਆਉਂਦੇ ਆ ਇੱਥੇ ਆਗੂ, ਤੇ ਇੰਨਾ ਸਰਕਾਰਾਂ ਉਹਨਾਂ ਦਾ ਸਨਮਾਨ ਕਰਦੀਆਂ, ਮਾਣ ਇੱਜ਼ਤ ਕਰਦੀਆਂ, ਪਤਾ ਲੱਗਦਾ ਵੀ ਕੋਈ ਆਇਆ ਇੱਥੇ ਮੁਲਕ ਦੇ ਵਿੱਚ। ਸਾਡੇ ਜਥੇਦਾਰ ਸਾਹਿਬ ਆਉਂਦੇ ਆ, ਕਦੋਂ ਮੁੜ ਜਾਂਦੇ ਆ ਪਤਾ ਹੀ ਨਹੀਂ ਲੱਗਦਾ। ਤਾਂ ਮਤਲਬ ਐਡੀ ਵੱਡੀ ਸਰਵੋੱਚ ਸੰਸਥਾ ਹੋਵੇ ਸ਼੍ਰੀ ਅਕਾਲ ਤਖਤ ਸਾਹਿਬ, ਸਾਰੀ ਦੁਨੀਆ ਦੇ ਵਿੱਚ ਸਿੱਖਾਂ ਦੀ ਬੱਲੇ ਬੱਲੇ ਹੋਵੇ, ਨਾਮ ਹੋਵੇ, ਰਿਸਪੈਕਟ ਹੋਵੇ, ਪਰ ਜਿਹੜੇ ਸਾਡੇ ਕੌਮ ਦੇ ਆਗੂਆਂ ਦੀ ਰਿਸਪੈਕਟ ਹੋਣੀ ਚਾਹੀਦੀ ਆ ਉਹ ਹੈ ਨਹੀਂ। ਇਹਨਾਂ ਨੂੰ ਕਰਵਾਉਣੀ ਨਹੀਂ ਆਉਂਦੀ, ਜਾਂ ਇਹ ਆਪਣੇ ਅਹੁਦਿਆਂ ਦੀ ਇਸ ਪ੍ਰੈਸਟੀਜ ਨੂੰ ਸਮਝਦੇ ਨਹੀਂ। ਇੱਕ ਤਾਂ ਜੀ ਮੈਂ ਤੁਹਾਨੂੰ ਦੱਸਾਂ, ਜਾਣਕਾਰੀ ਦੇਵਾਂ ਕਿ ਇਹ ਪ੍ਰਕਾਸ਼ ਸਿੰਘ ਬਾਦਲ ਆ, ਜਿਸ ਬੰਦੇ ਨੇ ਅਕਾਲ ਤਖਤ ਸਾਹਿਬ ਦੀ ਗਰਮਾ, ਉਹਦੀ ਉੱਚਤਾ, ਉਹਦੇ ਪ੍ਰਤਾਪ ਨੂੰ ਨੀਵਾਂ ਦਿਖਾਇਆ। ਤੁਹਾਨੂੰ ਯਾਦ ਹੋਏਗਾ 1999 ਦੇ ਵਿੱਚ ਮੈਂ ਅੰਬੈਸੀ ਗਿਆ ਤੇ ਮੈਨੂੰ ਅੰਬੈਸਡਰ ਬਾਹਰ ਲੈਣ ਆਇਆ, ਜਿਹੜਾ ਮੈਨੂੰ ਟਾਈਮ ਦਿੱਤਾ ਸੀ ਉਹਨੇ ਜੀ। ਅੰਬੈਸਡਰ ਬਾਹਰ ਲੈਣ ਆਇਆ ਤੇ ਉਹਨੇ ਸਾਡੇ ਸਿੱਖ ਭਰਾ ਉੱਥੇ ਲਾਈਨਾਂ 'ਚ ਬੈਠੇ ਸੀ, ਕੁਰਸੀਆਂ ਤੇ ਵੇਟ ਕਰ ਰਹੇ ਸੀ। ਮੈਨੂੰ ਅੱਗੇ ਲੱਗ ਕੇ ਮੈਨੂੰ ਆਪਣੇ ਰੂਮ ਦੇ ਵਿੱਚ ਲੈ ਕੇ ਗਿਆ ਤੇ ਮੈਨੂੰ ਉਹਨੇ ਕਿਹਾ ਕਿ ਤੁਸੀਂ ਦੱਸੋ ਕਿੰਨਾ ਚਿਰ ਤੁਸੀਂ ਅਮਰੀਕਾ 'ਚ ਰਹਿਣਾ ਚਾਹੁੰਦੇ ਜੀ। ਮੈਂ ਕਿਹਾ ਜੀ ਮਹੀਨਾ ਜਾਂ 1.5 ਮਹੀਨਾ। ਠੀਕ ਹੈ ਜੀ। ਉਹਨੇ ਮੈਨੂੰ ਦੂਸਰਾ ਸਵਾਲ ਕੀਤਾ ਕਿ ਮੇਰੇ ਨਾਲ ਸਰ ਰਾਮ ਸਿੰਘ ਹੁੰਦੇ ਸੀਗੇ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਪ੍ਰਧਾਨ ਸਨ, ਤੇ ਉਹ ਮੇਰੇ ਨਾਲ ਸੀਗੇ ਉਸ ਸਮੇਂ। ਉਹਨਾਂ ਨੂੰ ਮੈਂ ਕਿਹਾ ਜੀ ਉਹ ਕਹਿੰਦੇ ਜੀ ਮੈਨੂੰ ਤੁਸੀਂ 4700 ਰੁਪਇਆ ਫੀਸ ਦੇ ਸਕਦੇ ਹੋ। ਮੈਂ ਕਿਹਾ ਜੀ ਬਿਲਕੁਲ ਦੇ ਸਕਦੇ। ਅਸੀਂ ਉਹਨਾਂ ਨੂੰ 10,000 ਰੁਪਇਆ ਦਿੱਤਾ। ਉਹਨਾਂ ਨੇ ਘੰਟੀ ਮਾਰੀ, ਇੱਕ ਲੜਕੀ ਆ ਕੇ ਸਾਨੂੰ ਰਸੀਦ ਦੇ ਗਈ ਤੇ ਪੈਸੇ ਲੈ ਗਈ। ਉਹ ਮੈਨੂੰ ਕਹਿੰਦੇ ਆ ਕਿ ਜਥੇਦਾਰ ਜੀ ਤੁਸੀਂ ਇਹਨਾਂ ਨੂੰ ਲੈਟਰ, ਆਪਣਾ ਅਥਾਰਟੀ ਲੈਟਰ ਦੇ ਦਿਓ ਤੇ ਵੀਜ਼ਾ ਘਰ ਪਹੁੰਚੂਗਾ। ਤਾਂ ਮੈਂ ਜਦੋਂ ਉਹਨਾਂ ਨੂੰ ਦੇਖ ਕੇ ਨਿਕਲਿਆ ਤੇ ਮੈਨੂੰ ਬਾਹਰ ਛੱਡ ਕੇ ਗਏ ਉਹ, ਤੇ ਉਹਦੇ ਸਾਨੂੰ ਪਤਾ ਨਹੀਂ ਸੀ ਆ ਸਾਡੀ ਰਾਜਨੀਤੀ ਦਾ। ਬਾਹਰ ਨਿਕਲਦਿਆਂ ਹੀ ਕਿਸੇ ਨੇ ਗੱਲ ਲੀਕ ਕਰਤੀ ਤੇ ਵੀ ਇਹ ਵੀਜ਼ਾ ਦਾ ਲੱਗ ਗਿਆ 99 ਚ ਰਣਜੀਤ ਸਿੰਘ ਦਾ। ਤੇ ਪ੍ਰਕਾਸ਼ ਸਿੰਘ ਬਾਦਲ ਨੇ ਉਹਦੀ ਟੀਮ ਨੇ ਇੱਥੇ ਮੀਟਿੰਗ ਕੀਤੀ ਤੇ ਮੀਟਿੰਗ ਦੇ ਵਿੱਚ ਉਹਨਾਂ ਨੇ ਕਿਹਾ ਕਿ ਰਣਜੀਤ ਸਿੰਘ ਨੂੰ ਬਾਹਰ ਨਹੀਂ ਜਾਣ ਦੇਣਾ। ਇਹਨਾਂ ਨੇ ਐਮਬੈਸੀ ਨੂੰ ਫੈਕਸ ਕੀਤੀ। ਉਦੋਂ ਇਹ ਨਾ ਤੇ ਈਮੇਲ ਹੁੰਦੀ ਸੀ ਤੇ ਨਾ ਕੋਈ ਟੈਲੀਫੋਨ ਹੁੰਦਾ ਸੀ ਜਿਹੜਾ ਇਸ ਤਰ੍ਹਾਂ ਦਾ। ਉਹਨਾਂ ਨੇ ਫੈਕਸ ਕੀਤੀ ਕਿ ਬਈ ਰਣਜੀਤ ਸਿੰਘ ਨੂੰ ਵੀਜ਼ਾ ਵਾਪਸ ਲਿਆ ਜਾਵੇ, ਇਹ ਕਾਤਲ ਆ, ਇਹਨੇ ਮਰਡਰ ਕੀਤਾ ਤੇ ਇਸ ਤੋਂ ਵੀਜ਼ਾ ਵਾਪਸ ਲਿਆ ਜਾਵੇ। ਉਹਨਾਂ ਨੇ ਇਹਨੂੰ ਫਿਰ ਜਵਾਬ ਦਿੱਤਾ ਫੈਕਸ ਦੇ ਵਿੱਚ ਕਿ ਸਾਨੂੰ ਪਤਾ ਆ ਕਿ ਇਹਨਾਂ ਨੇ ਮਰਡਰ ਕੀਤਾ, ਇਹਨਾਂ ਨੇ ਆਪਣੀ ਉਸ ਕਾਲਮ ਦੇ ਉੱਤੇ ਯੈਸ ਕੀਤਾ ਜੀ ਤੇ ਸਰ ਤੋਂ ਛੁਪਾਇਆ ਨਹੀਂ, ਲੇਕਿਨ ਅਸੀਂ ਅਕਾਲ ਤਖਤ ਦਾ ਰੁਤਬਾ ਦੇਖ ਕੇ ਇਹਨਾਂ ਨੂੰ ਦਿੱਤਾ ਆ। ਕੀ ਬਾਤ, ਵੀਜ਼ਾ ਦਿੱਤਾ। ਕੀ ਬਾਤ ਹੈ, ਬਹੁਤ ਵੱਡੀ ਗੱਲ। ਫਿਰ ਇਹਨਾਂ ਨੇ ਫਿਰ ਦੁਬਾਰਾ ਫੈਕਸ ਕੀਤੀ ਕਿ ਅਸੀਂ ਉਹਨੂੰ ਉਸ ਅਕਾਲ ਤਖਤ ਤੋਂ ਲਾ ਰਹੇ ਹਾਂ, ਤੁਸੀਂ ਵੀਜ਼ਾ ਵਾਪਸ ਲਓ। ਫਿਰ ਇਹਨਾਂ ਨੇ ਮੈਨੂੰ ਅਕਾਲ ਤਖਤ ਤੋਂ ਲਾਇਆ ਤੇ ਉਹਨਾਂ ਨੇ ਮੇਰਾ ਵੀਜ਼ਾ ਵਾਪਸ ਲਿਆ।
ਆ ਸਾਡੇ ਅਕਾਲ ਤਖਤ ਜਿਹੜਾ ਇਹ ਮੀਰੀ ਪੀਰੀ ਦਾ ਤਖਤ ਇੱਕੋ ਹੀ ਆ ਦੁਨੀਆ 'ਚ। ਦੁਨੀਆ ਦੀਆਂ ਸਰਕਾਰਾਂ ਤੇ ਹਜ਼ਾਰਾਂ ਹੋ ਸਕਦੀਆਂ ਪਰ ਤਖਤ ਇੱਕੋ ਹੀ ਆ। ਬਿਲਕੁਲ ਠੀਕ। ਇਹਦੀ ਗਰਮਾ ਇਹ ਪੁੱਛਤਾ ਇਹ ਉਹਨੂੰ ਭਾਗ ਲਾਉਣਾ ਸਾਡੇ ਲੀਡਰਾਂ ਦਾ ਕੰਮ ਸੀ। ਸਾਡੇ ਲੀਡਰ ਤੁੱਲ ਗਏ ਨੇ ਇਹਨੂੰ ਨੀਵਾ ਕਰ ਲਈ ਤੇ ਸਾਡੀ ਲੀਡਰੀ ਤੇ ਉਦੋਂ ਚਮਕਣੀ ਜਦੋਂ ਅਕਾਲ ਤਖਤ ਨੀਵਾ ਹੋਊਗਾ। ਵਰਨਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੰਥ ਤੇ ਗ੍ਰੰਥ ਦਾ ਜਿਹੜਾ ਸਿਧਾਂਤ ਬਣਾ ਗਏ ਨੇ ਉਹ ਸੁਸ਼ੋਭਿਤ ਹੀ ਅਕਾਲ ਤਖਤ ਤੇ ਹੁੰਦਾ। ਤੇ ਜੇ ਆਜ਼ਾਦਾਨਾ ਤੌਰ ਤੇ ਪੰਥ ਤੇ ਗ੍ਰੰਥ ਦਾ ਸਿਧਾਂਤ ਅਕਾਲ ਤਖਤ ਤੋਂ ਲਾਗੂ ਹੋਵੇ ਤੇ ਫਿਰ ਲੀਡਰ ਕੋਈ ਰਹਿ ਨਹੀਂ ਜਾਂਦਾ, ਕਿਉਂਕਿ ਸਰਪ੍ਰਸਤੀ ਗੁਰੂ ਦੀ ਆ ਜਾਂਦੀ ਆ। ਅਕਾਲ ਤਖਤ ਕਾਲ ਪੁਰਖ ਦਾ ਤਖਤ ਤੇ ਇਹ ਜਿਹੜੇ ਉਹ ਪਾਤਸ਼ਾਹ ਨੇ ਬਣਾਏ, ਪਾਤਸ਼ਾਹੀ ਬਖਸ਼ੀ ਜਿਸ ਨੂੰ 10 ਪਾਤਸ਼ਾਹ ਨੇ 5 ਪਿਆਰਿਆਂ ਨੂੰ ਉਹਨਾਂ ਨੂੰ ਇਹਨਾਂ ਨੇ ਕਰਮਚਾਰੀ ਬਣਾ ਲਿਆ। ਉਹ ਵੀ ਰੋਲਿਆ ਤੇ ਗ੍ਰੰਥ ਵੀ ਰੋਲਿਆ ਤੇ ਪੰਥ ਵੀ ਰੋਲਿਆ। ਤੇ ਮੈਂ ਸੁਣਾਉਣਾ ਹੁੰਦਾ ਤਕਰੀਬਨ ਸਟੇਜਾਂ ਤੇ ਕਵੀ ਰਾਜ ਨਿਹਾਲ ਸਿੰਘ ਜੀ ਹੁੰਦੇ ਸੀ, ਸਦੀ ਪਹਿਲਾਂ ਦੀ ਗੱਲ ਆ। ਅੱਛਾ ਜੀ। ਉਹਨਾਂ ਨੇ ਬੜੀ ਸੋਹਣੀ ਅੱਜ ਦੇ ਜਿਹੜਾ ਭਵਿੱਖ ਸੀਗਾ ਉਹਨੂੰ ਦੇਖ ਕੇ ਉਦੋਂ ਇੱਕ ਚਿੰਤਾ ਜ਼ਾਹਰ ਕੀਤੀ ਸੀ 10 ਪਾਤਸ਼ਾਹ ਨੂੰ ਸੰਬੋਧਨ ਕਰਕੇ। ਸ੍ਰੀ ਗੁਰੂ ਗੋਬਿੰਦ ਸਿੰਘ ਹਾਥ ਜੋਰ ਜੋਰ ਕਹੂੰ ਆਪਕੇ ਬਚਨ ਕੀ ਪ੍ਰਤੀਤ ਕੌਣ ਮਾਨੇਗੋ। ਗੁਰੂ ਸਾਹਿਬ ਦਾ ਬਚਨ ਸੀ ਨਾ, ਮੇਰੀ ਆਤਮਾ ਗ੍ਰੰਥ ਵਿੱਚ ਪ੍ਰਾਣ ਪੰਥ ਵਿੱਚ ਜੀ। ਤੇ ਉਹਨੇ ਕਿਹਾ ਕਿ ਆਪਕੇ ਬਚਨ ਕੀ ਪ੍ਰਤੀਤ ਕੌਣ ਮਾਨੇਗਾ, ਪੰਥ ਕੀ ਰੱਖੋ ਤੋ ਗ੍ਰੰਥ ਕੀ ਰਹੇਗੀ ਨਾਥ। ਰੱਖੋ ਜੋ ਨਾ ਪੰਥ ਕੀ ਗ੍ਰੰਥ ਕੌਣ ਮਾਨੇਗੋ। ਅੱਜ ਉਹ ਬਿਲਕੁਲ ਸਿੱਧ ਹੋ ਗਿਆ ਕਿ ਇੱਕ ਜਿਹੜੇ ਦਿਹਾੜੀ ਤੇ ਕਰਮਚਾਰੀ ਰੱਖੇ ਉਹ ਸਾਡੇ ਸਰਮੋਰ ਜਥੇਦਾਰ ਬਣੇ ਹੋਏ ਨੇ। ਉਹ ਬੇਹੂਦਾ ਕਿਸਮ ਦੇ ਬਿਆਨ ਦੇ ਰਹੇ ਨੇ, ਬੇਮਾਨ ਹੈ, ਜਿਨ੍ਹਾਂ ਦਾ ਕੋਈ ਨਹੀਂ, ਜਿਹੜੇ ਮਜ਼ਾਕ ਦਾ ਵਿਸ਼ਾ ਬਣ ਰਹੇ ਨੇ, ਜਿਹੜੇ ਅਕਾਲ ਤਖਤ ਨੂੰ ਨੀਵਾਂ ਦਿਖਾ ਰਹੇ ਨੇ। ਤੋ ਇਹ ਸਾਡੀ ਕੌਮ ਦੀ ਜਿਹੜੀ ਬਦਕਿਸਮਤੀ ਆ ਕਿ ਇਹ ਸਾਡਾ ਲੀਡਰ ਜਿਹੜਾ ਜਿਹਨੂੰ ਤੁਸੀਂ ਕਿਹਾ ਵੀ ਇਹ ਨਰਸਾਂ ਉਹਦੇ 4 ਚੁਫੇਰੇ ਘੁੰਮਦੀਆਂ, ਇਹਦੇ 4 ਚੁਫੇਰੇ ਭੂਤਾਂ ਨੇ ਘੁੰਮਣਾ, ਪ੍ਰੇਤਾਂ ਨੇ ਘੁੰਮਣਾ ਤੇ ਧਰਮਰਾਜ ਦੇ ਦੂਤਾਂ ਨੇ ਘੁੰਮਣਾ। ਹੋਰ ਇਹਦੇ 4 ਚੁਫੇਰੇ ਹੁਣ ਕੋਈ ਨਹੀਂ ਘੁੰਮੂਗਾ। ਬਹੁਤ ਬਹੁਤ ਮਿਹਰਬਾਨੀ ਭਾਈ ਸਾਹਿਬ ਜੀ, ਬਹੁਤ ਬਹੁਤ ਅੱਛਾ ਲੱਗਾ ਤੁਹਾਡੇ ਨਾਲ। ਬੜੇ ਲੰਮੇ ਅਰਸੇ ਤੋਂ ਬਾਅਦ ਗੱਲ ਹੋਈ ਆ। ਔਰ ਜਦ ਤੱਕ ਅਕਾਲ ਤਖਤ ਸਾਹਿਬ ਨੂੰ, ਜਥੇਦਾਰਾਂ ਨੂੰ, ਤਖਤਾਂ ਨੂੰ ਇਹਨਾਂ ਤੋਂ ਸ਼੍ਰੋਮਣੀ ਕਮੇਟੀ ਦੇ ਚੁੰਗਲ ਚੋਂ ਆਜ਼ਾਦ ਨਹੀਂ ਕੀਤਾ ਜਾਂਦਾ, ਇੰਡੀਪੈਂਡੈਂਟ ਨਹੀਂ ਕੀਤਾ ਜਾਂਦਾ, ਤਦ ਤੱਕ ਇਹਦਾ ਕੋਈ ਹੱਲ ਨਹੀਂ ਨਿਕਲਣਾ। ਬਹੁਤ ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ। ਇਹ ਸਨ ਭਾਈ ਰਣਜੀਤ ਸਿੰਘ ਹੋਰੀ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ। ਆਪਣੇ ਬੇਬਾਕ ਵਿਚਾਰਾਂ ਲਈ ਇਹ ਜਾਣੇ ਜਾਂਦੇ ਨੇ। ਅੱਜ ਵੀ ਉਹੀ ਗੱਲ ਕਰ ਰਹੇ ਸੀ।